ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ ਵੀ ਸਤਿਗੁਰੂ ਜੀ ਕਿਰਪਾ ਕਰੋ, ਜਿਹੜੀ ਸਾਡੀ ਮੱਤ ਹੈ ਇਹ ਕਿਧਰੇ ਬਾਂਝ ਨਾ ਰਹਿ ਜਾਵੇ, ਇਹਦੇ ਵਿੱਚ ਆਪ ਜੀ ਕਿਰਪਾ ਕਰਕੇ ਤੇ ਸ਼ੁਭ ਗੁਣ ਪੈਦਾ ਕਰੋ, ਤਾਂ ਕਿ ਅਸੀਂ ਹਮੇਸ਼ਾ ਚੰਗਾ ਸੋਚ ਸਕੀਏ, ਸਦਾ ਦੂਸਰਿਆਂ ਦਾ ਭਲਾ ਕਰ ਸਕੀਏ। ਗੁਰੂ ਪਿਆਰਿਓ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਆਪਾਂ ਇਤਿਹਾਸ ਵਿਚਾਰ ਰਹੇ ਹਾਂ। ਉਹਦੇ ਵਿੱਚੋਂ ਅੱਜ ਸਾਡੀ ਇਹ 41 ਨੰਬਰ ਕਥਾ ਹੈ, ਜਿਸ ਦਾ ਸਿਰਲੇਖ ਹੈ ਬਾਬਾ ਬੁੱਢਨ ਸ਼ਾਹ ਜੀ, ਉਹਦਾ ਪਹਿਲਾ ਭਾਗ। ਅਜੇ ਵੇਲਾ ਬਹੁਤ ਹੈ, ਸਾਂ ਤਾਂ ਮੈਂ ਬੈਠਾ ਨਦੀ ਕਿਨਾਰੇ, ਪਰ ਸਤਿਗੁਰੂ ਨੇ ਮੇਰੀ ਉਮਰਾਂ ਦੀ ਤਾਰ ਲੰਮੀ ਕਰ ਦਿੱਤੀ ਹੈ। ਗੁਰੂ ਨੇ ਮੇਰੀ ਉਮਰ ਹੀ ਬੜੀ ਲੰਬੀ ਕਰ ਦਿੱਤੀ ਹੈ। ਉਸ ਦੇ ਮਨ ਮਿਹਰ ਆਈ ਕਿ ਮੈਂ ਇਹ ਸਿਮਰਨ ਤੇ ਪ੍ਰੇਮ ਦੀ ਮੌਜ, ਇਹ ਨਾਮ ਦਾ ਰਸ ਤੇ ਸਤ ਸੰਗ ਦਾ ਹੁਲਾਸ ਕੁਛ ਸਮਾਂ ਮਾਣ ਕੇ, ਪ੍ਰੇਮ ਦਾ ਸਬਕ ਪਕਾ ਕੇ ਇੱਥੋਂ ਟੁਰਾਂ, ਇਸ ਲਈ ਮੇਰੀ ਸਾਰ ਰੱਖਣੀ। ਗੁਰੂ ਜੀ ਇੱਥੇ ਮੇਰੇ 'ਤੇ ਕਿਰਪਾ ਕਰਨੀ ਚਾਹੁੰਦੇ ਨੇ ਵੀ ਕੋਈ ਕਮੀ ਪੇਸ਼ੀ ਰਹਿ ਨਾ ਜਾਵੇ। ਇਹ ਨਾਮ ਦਾ, ਪ੍ਰੇਮ ਦਾ ਸਬਕ ਇੱਥੇ ਹੀ ਪੱਕਾ ਕਰ ਲਵੇ। ਇਸ ਤਰ੍ਹਾਂ ਤੇ ਨਿਮਰਤਾ ਦੇ ਪ੍ਰੇਮ ਦੀ ਆਪੋ ਵਿੱਚ ਗੱਲਬਾਤ ਕਰਕੇ ਦੋਵੇਂ ਧਿਰਾਂ ਵਿਦਾ ਹੋਈਆਂ। ਹੁਣ ਅਕਸਰ ਵੇਰ ਇਕੱਠੇ ਹੁੰਦੇ, ਕਦੇ ਸਿਖਰ ਟਿੱਲੇ ਉੱਤੇ ਬੁੱਧੂ ਸ਼ਾਹ ਦੇ ਟਿਕਾਣੇ, ਅਰ ਕਦੇ ਪੀਂਜੂ ਦੇ ਡੋਕਰੇ। ਇਹ ਜਿਹੜਾ ਸ਼ਬਦ ਆ, ਇਹ ਸਾਧ ਸੰਗਤ ਜੀ ਜਿਹਨੂੰ ਡੋਕਰੇ ਕਿਹਾ, ਇਹਦਾ ਭਾਵ ਇਹ ਹੈ ਪਹਾੜੀ ਦੇ ਹੇਠਾਂ ਕੇਵਲ 2 ਘਰਾਂ ਦਾ ਪਿੰਡ ਹੋਣ ਕਾਰਨ, ਇੱਥੇ ਸਿਰਫ 2 ਹੀ ਘਰ ਸੀ ਪਹਾੜੀ ਦੇ ਥੱਲੇ, ਜਿੱਥੇ ਬਾਬਾ ਬੁੱਢਨ ਸ਼ਾਹ ਜੀ ਦਾ ਸਥਾਨ ਬਣਿਆ। ਇਸ ਦਾ ਨਾਮ ਡੋਕਰਾ, 2 ਘਰਾਂ ਵਾਲਾ, ਤੇ ਬਾਅਦ 'ਚ ਇਹਨੂੰ ਕਹਿਣ ਲੱਗ ਪਏ ਡੋਕਰਾ। ਇਕੱਠਾ ਸ਼ਬਦ ਜੋੜ ਦਿੱਤਾ, ਇਹ ਸ਼ਬਦ ਬਣ ਗਿਆ ਡੋਕਰਾ, ਤੇ ਇਹ ਅਸਥਾਨ ਹੈ। ਤਾਂ ਇੱਥੇ ਸਾਧ ਸੰਗਤ ਜੀ ਕਦੇ ਸਿਖਰ ਟਿੱਲੇ ਉੱਤੇ ਬੁੱਧੂ ਸ਼ਾਹ ਦੇ ਟਿਕਾਣੇ, ਅਰ ਕਦੇ ਪੀਂਜੂ ਦੇ ਡੋਕਰੇ ਵਿੱਚ, ਕਦੇ ਸਤਲੁਜ ਦੇ ਕਿਨਾਰੇ ਜੰਗਲ ਵਿੱਚ ਮੰਗਲ ਹੋ ਗਿਆ। ਗੁਰੂ ਨਾਨਕ ਦਾ ਸਤ ਸੰਗ ਉਜਾੜਾਂ ਵਿੱਚ ਜਗ ਉੱਠਿਆ, ਜਿੱਥੇ ਕਦੇ ਕੋਈ ਨਾਮ ਜਪਣ ਵਾਲੇ ਨਹੀਂ ਸਨ, ਕੋਈ ਬਾਣੀ ਦੀਆਂ ਝਰਨਾਟਾਂ, ਰਬਾਬ ਦੀਆਂ ਤਾਰਾਂ ਛੇੜਨ ਵਾਲੇ ਨਹੀਂ ਸਨ, ਜਿਨ੍ਹਾਂ ਨੂੰ ਲੋਕੀ ਉਜਾੜ ਕਹਿੰਦੇ ਸਨ। ਉੱਥੇ ਉਜਾੜਾਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਤ ਸੰਗ ਜਗ ਉੱਠਿਆ। ਗ੍ਰਸਤੀ ਤੇ ਉਮਰਾਂ ਦੇ ਸੰਨਿਆਸੀ ਫਕੀਰ ਇੱਕ ਥਾਵੇਂ ਮਿਲ ਬੈਠੇ। ਮੁਸਲਮਾਨ ਦੇ ਘਰ ਦਾ ਜਨਮਿਆ ਬੁੱਢਨ ਸ਼ਾਹ ਤੇ ਬ੍ਰਾਹਮਣ ਕੁਲ ਦਾ ਜੰਮਿਆ ਤੇ ਪੜ੍ਹਿਆ ਪੀਂਜੂ, ਸਕੇ ਭਰਾਵਾਂ ਤੋਂ ਵਧੇਕ ਪਿਆਰ ਵਿੱਚ ਪਰੋਤੇ ਗਏ। ਕੋਈ ਜਾਤ ਪਾਤ ਦਾ ਵਿਤਕਰਾ ਨਹੀਂ। ਬਾਬਾ ਬੁੱਢਨ ਸ਼ਾਹ ਜੀ ਮੁਸਲਮਾਨਾਂ ਦੇ ਘਰ 'ਚ ਪੈਦਾ ਹੋਏ ਨੇ, ਤੇ ਪੀਂਜੂ ਇਹ ਬ੍ਰਾਹਮਣਾਂ ਦੇ ਘਰ 'ਚ ਪੈਦਾ ਹੋਇਆ, ਪਰ ਦੋਵਾਂ ਦਾ ਪਿਆਰ ਭਰਾਵਾਂ ਨਾਲੋਂ ਵੀ ਵੱਧ ਕੇ ਆ। ਗੁਰੂ ਨਾਨਕ ਗੋਦ ਵਿੱਚ ਸਾਰੇ ਗੁਰੂ ਗ੍ਰਹਿ ਜਨਮੇ ਬਾਲ ਕੇ ਖੇਡਣ ਲੱਗੇ। ਧੰਨ ਸਤਿਗੁਰੂ ਨਾਨਕ ਜਿਨ ਸਭ ਮਾਨਸ ਦੇਵਤੇ ਕਰ ਦਿਖਾਏ। ਧੰਨ ਸਤਿਗੁਰੂ ਨਾਨਕ, ਧੰਨ ਸਤਿਗੁਰੂ ਨਾਨਕ ਦਾ ਸਤ ਸੰਗ। ਬੁੱਢਨ ਸ਼ਾਹ ਉਸੇ ਟਿਕਾਣੇ ਆਪਣੇ ਰੰਗ ਲੱਗਾ ਰਿਹਾ। ਕੀਰਤਪੁਰ ਲਾਗੇ ਪਹਾੜੀ ਉੱਪਰ ਉਸ ਰਮਣੀਕ ਟਿਕਾਣੇ
ਜਿੱਥੇ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ ਸਨ, ਉਸੇ ਹੀ ਪਹਾੜੀ ਦੇ ਉੱਤੇ ਬਾਬਾ ਬੁੱਢਣ ਸ਼ਾਹ ਆਪਣੇ ਰੰਗ ਲੱਗਾ ਰਿਹਾ। ਸਮਾਂ ਬੀਤਦਾ ਗਿਆ। ਗੁਰੂ ਬਾਬੇ ਨਾਨਕ ਜੀ ਦੇ ਵਰਦਾਨ, ਉਸ ਦੇ ਪਵਿੱਤਰ ਜੀਵਨ, ਉੱਚੇ ਟਿਕਾਣੇ ਨਿਵਾਸ, ਸੁਥਰੀ ਹਵਾ, ਸੁਥਰਾ ਵਾਸ, ਸੁਥਰਾ ਭੋਜਨ ਦੁੱਧ ਦਾ, ਸੁਥਰਾ ਜੀਵਨ ਤੇ ਸੁਥਰੀ ਆਤਮਾ, ਪ੍ਰੇਮ ਰੰਗ ਰੰਗੀ ਨਾਮ ਰੂਪੀ ਪੀਂਘ ਝੂਟਦੀ ਰਹੀ। ਉਮਰ ਦਾ ਧਾਗਾ ਕਿਸੇ ਵੇਲੇ ਟੁੱਟ ਸਕਦਾ ਸੀ, ਪਰ ਜੇ ਧਾਗਾ ਦੇਣ ਵਾਲਾ ਲੰਮਾ ਚਾ ਕਹੇ ਤਾਂ ਕਿਹੜੀ ਗੱਲ ਹੈ। ਸੋ ਲੰਮਾ ਹੁੰਦਾ ਗਿਆ। ਦਿਨ ਰਹਿਣ ਉਸ ਦਾ ਸਿਮਰਨ ਵਿੱਚ ਬੀਤਦਾ ਰਿਹਾ। ਹੁਣ ਰਸ ਪੈਂਦਾ ਹੈ। ਇਸ ਕਰਕੇ ਕਦੇ ਘਬਰਾ ਉਦਾਸੀ ਨਹੀਂ ਆਈ। ਧਿਆਨ ਵਿੱਚ ਟਿਕ ਗਿਆ ਹੈ। ਨਾਮ ਪੱਕ ਗਿਆ ਹੈ, ਰਸੀਆ ਹੋ ਗਿਆ ਹੈ। ਸਤ ਸੰਗੀ ਪੀਂਜੂ, ਬੁੱਢਣ ਸ਼ਾਹ ਦੀ ਪਹਾੜੀ ਦੇ ਹੇਠਾਂ ਦੋ ਘਰੀ ਦਾ ਵਸਨੀਕ ਪੀਂਜੂ, ਇੱਕ ਇਆਲੀ ਜਿਸ ਦੇ ਸਾਰੇ ਪਰਿਵਾਰ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਤਾਰਿਆ। ਇੱਥੇ ਉਸ ਪੀਂਜੂ ਦੀ ਗੱਲ ਹੈ। ਉਹ ਸੱਚਖੰਡ ਜਾ ਵਸੇ ਹਨ। ਉਹਦਾ ਸਮਾਂ ਪੂਰਾ ਹੋ ਗਿਆ ਹੈ। ਇਸ ਵਾਸਤੇ ਉਹ ਬਾਬਾ ਬੁੱਢਣ ਸ਼ਾਹ ਜੀ ਦਾ ਸਾਥੀ ਇਸ ਸੰਸਾਰ ਨੂੰ ਛੱਡ ਕੇ ਚਲਿਆ ਗਿਆ। ਤੇ ਹੁਣ ਮੁਟਿਆਰ ਬੱਕਰੀਆਂ ਚਾਰਨ ਵਾਲੀ ਨਾਮ ਰੰਗ ਦੀ ਦੇਵੀ ਵੀ 60 ਵਰ੍ਹੇ ਦੀ ਉਮਰਾਂ ਭੋਗ ਕੇ ਲਿਵ ਲੱਗੀ ਵਿੱਚ ਸਰੀਰਕ ਚੋਲਾ ਛੱਡ ਗਈ ਆ। ਜਿਹੜੀ ਪੀਂਜੂ ਦੀ ਲੜਕੀ ਸੀ, ਉਹਦੀ ਵੀ ਉਮਰ 60 ਸਾਲ ਦੀ ਹੋ ਗਈ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਸਨ, ਉਦੋਂ ਅਜੇ ਉਹ ਛੋਟੀ ਜਿਹੀ ਸੀ। ਉਹ ਵੀ ਆਪਣੇ ਪਿਤਾ ਪੀਂਜੂ ਦੇ ਨਾਲ ਇਸ ਇਲਾਕੇ ਦੇ ਵਿੱਚ ਬਾਬਾ ਬੁੱਢਣ ਸ਼ਾਹ ਦੀ ਪਹਾੜੀ ਵਾਲੇ ਪਾਸੇ ਬੱਕਰੀਆਂ ਇਤਿਆਦਿਕ ਚਾਰਦੀ ਰਹੀ। ਉਹਦਾ ਵੀ ਸਮਾਂ ਖਤਮ ਹੋ ਗਿਆ। 60 ਸਾਲ ਦੀ ਉਮਰ ਭੋਗ ਕੇ ਉਹ ਵੀ ਸਰੀਰਕ ਚੋਲਾ ਛੱਡ ਗਈ। ਫਕੀਰ ਦੇ ਬਾਲ ਸਿਖਾਈ ਛੱਡ ਕੇ ਵੱਡੀ ਉਮਰ ਦੇ ਸਤ ਸੰਗੀ ਵੀ ਚੱਲ ਬਸੇ। ਦੋ ਘਰੀ ਵਸਦੀ ਹੈ। ਪੀਂਜੂ ਦਾ ਇੱਕ ਪੁੱਤ ਤੇ ਭਤੀਜਾ ਉਸੇ ਨਾਮ ਰੰਗ ਰਸੀਏ ਬੁੱਢਣ ਸ਼ਾਹ ਦੇ ਸਤ ਸੰਗੀ ਹਨ। ਗੁਰੂ ਬਾਬੇ ਨੇ ਵੀ ਕਈ ਰੂਪ ਵਟਾਏ ਹਨ। ਨਾਨਕੋਂ ਅੰਗਦ ਤੇ ਅੰਗਦੋਂ ਅਮਰਦਾਸ ਕਹਾ ਚੁੱਕਾ ਹੈ। ਹਰ ਜੀਓ ਨਾਮ ਪਰਿਓ ਰਾਮਦਾਸ, ਇਹ ਵੀ ਕਲਾ ਵਰਤ ਚੁੱਕੀ ਹੈ। ਪੰਜਵੇਂ ਜਾਮੇ ਖੇਲ ਚੁੱਕਾ ਹੈ। ਬਾਣੀ, ਅੱਖਰ, ਸਾਹਿਤ, ਸੰਗੀਤ, ਬੋਲੀਆਂ, ਮੰਦਰ, ਸ਼ਹਿਰ, ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾ ਚੁੱਕਾ ਹੈ। ਅਣਗਿਣਤ ਸ੍ਰਿਸ਼ਟੀ ਤਾਰ ਚੁੱਕਾ ਹੈ। ਘਰ ਘਰ ਧਰਮਸ਼ਾਲ ਸਜ ਰਹੀ ਹੈ। ਕਾਬਲ, ਕੰਧਾਰ, ਖੁਰਾਸਾਨ, ਬੁਖਾਰਾ, ਬਗਦਾਦ, ਬਲੋਚਿਸਤਾਨ, ਲਸਵੇਲਾ, ਸਿੰਧ, ਪੂਰਬ, ਆਗਰਾ, ਪਟਨਾ, ਦੱਖਣ, ਪਹਾੜ, ਚਾਰ ਚੁਫੇਰੇ ਸਿੱਖੀ ਦੀ ਸੁਗੰਧ ਫੈਲ ਗਈ ਹੈ। ਲੱਖਾਂ ਸੰਸਾਰ ਸਾਗਰ ਨੂੰ ਤਰ ਰਹੇ ਹਨ। ਪੀਂਜੂ ਜਦ ਤੱਕ ਰਿਹਾ ਤੇ ਫਿਰ ਉਸ ਦਾ ਪਰਿਵਾਰ ਹਰ ਜਾਮੇ ਦੇ ਦਰਸ਼ਨਾਂ ਨੂੰ ਜਾਂਦੇ ਰਹੇ ਤੇ ਬੁੱਢਣ ਸ਼ਾਹ ਨੂੰ ਸਾਰੇ ਪ੍ਰਸੰਗ ਗੁਰੂ ਪ੍ਰਤਾਪ ਦੇ ਸੁਣਾਉਂਦੇ ਰਹੇ।
उस निर्जन ਉੱਚੀ ਵੱਖਰੀ ਇਕੱਲੀ ਕੁਟੀਆ ਵਿੱਚ ਇਹ ਸੱਚੇ ਰਿਖੀਆਂ ਦਾ ਸਤਸੰਗ ਆਪਣੇ ਆਨੰਦ ਲੈਂਦਾ ਰਿਹਾ। ਪਾਣੀ ਖੁੱਲ੍ਹੇ ਸਨ ਅਤੇ ਬੱਕਰੀਆਂ ਦੇ ਅੱਜੜ ਦੁੱਧ ਪਿਲਾਉਂਦੇ ਸਨ। ਮੱਕੀ ਹੋ ਜਾਂਦੀ ਸੀ ਅਤੇ ਲੋੜਾਂ ਬਹੁਤੀਆਂ ਸਨ ਨਹੀਂ। ਸੁੱਖ ਨਾਲ ਅਤੇ ਰੰਗ ਨਾਲ ਸਮਾਂ ਟੁਰਦਾ ਗਿਆ ਅਤੇ ਸਤਸੰਗ ਦਾ ਰੌਂ ਬੱਝਾ ਰਿਹਾ। ਉਹ ਸਮਾਂ ਹੀ ਐਸਾ ਸੀ, ਲੋਕ ਬਹੁਤ ਆਨੰਦ ਵਿੱਚ ਸੀ। ਉਹਨਾਂ ਦੀਆਂ ਲੋੜਾਂ ਬਹੁਤ ਥੋੜ੍ਹੀਆਂ ਸੀ। ਮਕਈ ਦੀ ਫਸਲ ਹੋ ਜਾਣੀ, ਉਹਦੀਆਂ ਰੋਟੀਆਂ ਖਾ ਲੈਣੀਆਂ, ਬੱਕਰੀਆਂ ਦੇ ਇੱਜੜ ਫਿਰਦੇ ਰਹਿਣੇ, ਉਹਨਾਂ ਦਾ ਦੁੱਧ ਛਕ ਲੈਣਾ। ਬਸ ਥੋੜ੍ਹੀਆਂ ਹੀ ਸਰੀਰ ਦੀਆਂ ਲੋੜਾਂ ਸੀ। ਇੰਨਾ ਲੰਬਾ ਸਮਾਂ ਲੰਘਿਆ। ਹੁਣ 6ਵਾਂ ਜਾਮਾ ਧਾਰ ਕੇ ਗੁਰੂ ਨਾਨਕ ਨੇ ਹੋਰ ਰੂਪ ਵਟਾਇਆ। ਮੀਰੀ ਪੀਰੀ ਇਕੱਠੀ ਕੀਤੀ, ਜੋ ਵਾੜੀ ਲਾਈ ਸੀ ਉਸ ਦੀ ਰਾਖੀ ਲਈ ਵੀਰ ਰਸ ਧਾਰਿਆ। ਦੁਖੀਆਂ ਦੀ ਰੱਖਿਆ ਦਾ ਝੰਡਾ ਖੜਾ ਕੀਤਾ। ਆਸਾ ਵਿੱਚ ਨਿਰਾਸ਼ ਰਹਿਣਾ ਦੱਸਿਆ ਸੀ। ਹੁਣ ਰਾਜ ਵਿੱਚ ਜੋਗੀ ਰਹਿਣਾ ਸਿਖਾਇਆ। ਸ਼ਾਂਤ ਨਾਲ ਉਤਸ਼ਾਹ ਭਰੇ ਕਈ ਕੌਤਕ ਕੀਤੇ, ਕਈ ਰੰਗ ਖੇਲੇ। ਸਤਿਨਾਮ ਦਾ ਅਜਲੀ ਝੰਡਾ ਝੁੱਲਦਾ ਝੁੱਲਦਾ ਖੜਗ ਦਾ ਝੰਡਾ ਵੀ ਝੁੱਲ ਗਿਆ। ਦੀਨ ਰੱਖਿਆ ਵੀ ਹੋ ਗਈ। ਹਾਂ, 6ਵੇਂ ਜਾਮੇ ਬਾਬੇ ਨਾਨਕ, ਸਤਿਗੁਰੂ ਨਾਨਕ, ਗੁਰਾਂ ਗੁਰੂ ਨਾਨਕ ਨੇ ਇੱਕ ਦਿਨ ਆਪਣੇ ਪੁੱਤਰ ਗੁਰਦਿੱਤੇ ਨੂੰ ਸੱਦ ਕੇ ਕਿਹਾ, ਬੇਟਾ ਤੁਸੀਂ ਹੁਣ ਪਹਾੜਾਂ ਵੱਲ ਨੂੰ ਜਾਓ। ਸ਼੍ਰੀ ਚੰਦ ਜੀ ਤੋਂ ਵਰਦਾਨ ਲੈ ਆਏ ਹੋ। ਜਾਓ ਪਰਬਤ ਕੁੱਖ ਵਿੱਚ ਇੱਕ ਸ਼ਹਿਰ ਵਸਾਓ, ਔਰ ਉੱਥੇ ਇੱਕ ਸਾਡਾ ਪ੍ਰੇਮੀ ਰਹਿੰਦਾ ਹੈ, ਉਸ ਨੂੰ ਸਤਸੰਗ ਦਾ ਲਾਭ ਦਿਓ ਅਤੇ ਅਸੀਂ ਫਿਰ ਉੱਥੇ ਆ ਕੇ ਤੁਸਾਂ ਨੂੰ ਵੀ ਮਿਲਾਂਗੇ ਅਤੇ ਬੁੱਢਣ ਸ਼ਾਹ ਦਾ ਕਾਰਜ ਵੀ ਸਵਾਰਾਂਗੇ। ਪਿਤਾ ਗੁਰੂ ਜੀ ਦੀ ਆਗਿਆ ਪਾ ਕੇ ਪਰਮਾਰਥ ਦੇ ਪ੍ਰੇਮੀ, ਸ਼ਕਤੀਵਾਨ, ਕਲਾਧਾਰੀ ਅਤੇ ਨਾਮ ਰਸੀਆ ਬਾਬਾ ਗੁਰਦਿੱਤਾ ਜੀ, ਜੋ ਛੋਟੀ ਉਮਰੇ ਹੀ ਬਾਬਾ ਜੀ ਕਹਿਲਾਂਦੇ ਸੀ, ਸਤਲੁਜ ਪਾਰ ਹੋ ਪਹਾੜਾਂ ਨੂੰ ਟੁਰ ਪਏ। ਪਿਤਾ ਗੁਰੂ ਜੀ ਦੇ ਦੱਸੇ ਟਿਕਾਣੇ ਅਪੜੇ, ਉੱਚੀ ਜਗ੍ਹਾ 'ਤੇ ਜਾ ਚੜ੍ਹੇ। ਉੱਪਰ ਜਾ ਕੇ 4 ਚੁਫੇਰੇ ਦਾ ਰਮਣੀਕ ਨਜ਼ਾਰਾ ਦੇਖ ਕੇ ਜੀ ਖਿੜ ਗਿਆ, ਮਨ ਵਿੱਚ ਸਵਾਦ ਆ ਗਿਆ। ਕਹਿਣ ਲੱਗੇ, ਗੁਰੂ ਬਾਬਾ ਕਹੇ ਕਹੇ ਸੋਹਣੇ ਟਿਕਾਣੇ ਡੇਰਾ ਲਾਂਦਾ ਰਿਹਾ ਹੈ। ਕੁਝ ਅੱਗੇ ਜਾ ਕੇ ਡਿੱਠਾ ਕਿ ਸ਼ੇਰ ਬੱਕਰੀਆਂ ਚਾਰ ਰਿਹਾ ਹੈ। ਤੱਕ ਕੇ ਬਾਬਾ ਗੁਰਦਿੱਤਾ ਜੀ ਤਾੜ ਗਏ ਕਿ ਠੀਕ ਟਿਕਾਣੇ ਸਿਰ ਆ ਗਿਆ ਹਾਂ। ਇਹ ਫਕੀਰ ਦਾ ਟਿਕਾਣਾ ਹੈ, ਜਿੱਥੇ ਸ਼ੇਰ ਬੱਕਰੀ ਪ੍ਰੇਮ ਕਰ ਰਹੇ ਹਨ। ਉੱਧਰੋਂ ਬੁੱਢਣ ਸ਼ਾਹ ਦੀ ਨਜ਼ਰ ਪਈ ਕਿ ਘੋੜੇ 'ਤੇ ਚੜ੍ਹ ਕੇ ਕੋਈ ਆ ਰਿਹਾ ਹੈ। ਇਹ ਤਾਂ ਉਹ ਪਹਿਲਾ ਦਰਸ਼ਨ ਜਾਪਦਾ ਹੈ, ਜੋ ਗੁਰੂ ਬਾਬੇ ਆਖਿਆ ਸੀ ਕਿ ਪਹਿਲਾਂ ਸਤਿਗੁਰੂ ਦਾ ਪੁੱਤਰ ਆਵੇਗਾ। ਸਾਈਂ ਜਾਣੇ ਉਹ ਸ਼ਹਿਜ਼ਾਦਾ ਆਇਆ ਹੈ, ਮੱਥਾ ਖਿੜਿਆ ਹੈ, ਚਿਹਰਾ ਰਸਦਾਇਕ ਹੈ, ਨਾਮ ਦੀ ਖੁਸ਼ਬੂ ਆਉਂਦੀ ਹੈ। ਠੀਕ ਸਤਿਗੁਰੂ ਬਾਲਕਾ ਆਇਆ ਹੈ। ਬੁੱਢੇ ਨੇ ਉੱਠ ਕੇ ਰਕਾਬ 'ਤੇ ਜਾ ਸਿਰ ਧਰਿਆ। ਗੁਰਦਿੱਤਾ ਜੀ ਨੇ ਹੇਠਾਂ ਉਤਰ ਕੇ ਸਿਰ ਸੰਭਾਲਿਆ, ਘੁੱਟ ਕੇ ਮਿਲੇ। ਬੁੱਢਣ ਸ਼ਾਹ ਨੇ ਕਿਹਾ, ਕੀ ਆਪ ਹੀ ਇਹ ਪ੍ਰਤਾਪੀ ਬਾਣਾ ਧਾਰ ਕੇ ਆਏ ਹੋ? ਗੁਰਦਿੱਤਾ ਜੀ ਨੇ ਕਿਹਾ, ਆਪ ਤਾਂ ਮੇਰੇ ਮਗਰੋਂ ਆਉਣਗੇ, ਮੈਂ ਅੱਗੋਂ ਦਾਸ ਆਇਆ ਹਾਂ।
ਜੋ ਮਾਲਕ ਦੇ ਬੈਠਣ ਨੂੰ ਜਗ੍ਹਾ ਬਣਾਵਾਂ। ਮੈਂ ਉਹ ਨਹੀਂ, ਪਰ ਮੈਂ ਉਹ ਦਾ ਝਾੜੂ ਬਰਦਾਰ ਹਾਂ। ਦੁੱਧ ਤਿਆਰ ਮੈਂ ਕਰਾਵਾਂਗਾ, ਕਟੋਰਾ ਭਰ ਕੇ ਪੀਣਗੇ ਉਹ ਜੋ ਤੇਰੇ ਮੇਰੇ ਮਾਲਕ ਹਨ। ਇੱਕ ਰਵਾਇਤ ਇਹ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਦੁੱਧ ਪੀਣਾ ਸੀ ਤੇ ਪੀਤਾ ਸੀ, ਪਰ ਗੁਰਦਿੱਤਾ ਜੀ ਗੱਦੀ 'ਤੇ ਨਹੀਂ ਸਨ ਬਿਰਾਜੇ। ਇਸ ਕਰਕੇ ਉਹ ਗੁਰੂ ਨਾਨਕ ਨਹੀਂ ਸੀ ਤੇ ਦੁੱਧ ਗੁਰੂ ਨਾਨਕ ਨੇ 6ਵੇਂ ਜਾਮੇ ਪੀਣਾ ਸੀ। ਇਸ ਤਰ੍ਹਾਂ ਬਚਨ ਹੋ ਰਹੇ ਨੇ। ਬੁੱਢਣ ਸ਼ਾਹ ਨੂੰ ਸਾਰੀਆਂ ਨਿਸ਼ਾਨੀਆਂ ਮਿਲੀਆਂ। ਪਿਆਰੇ ਦੇ ਪੁੱਤਰ ਦਾ ਪ੍ਰੇਮ ਗਦ ਗਦ ਕਰ ਗਿਆ। ਸਰੀਰ ਹੁਣ ਬਹੁਤ ਬੁੱਢਾ ਸੀ, ਪਰ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਸੁਰਤ ਜਵਾਨ ਸੀ, ਦਿਨੋਂ ਦਿਨ ਜੋਬਨਾਂ ਵਿੱਚ ਸੀ। ਸਾਈਂ ਨੇ ਆਪਣੇ ਬਨ ਦੇ ਟਿਕਾਣੇ ਤੋਂ ਜ਼ਰਾ ਖੁੱਲ੍ਹੇ ਥਾਂ ਡੇਰਾ ਕਰਾਇਆ। ਮਸੰਦ, ਦਾਸ, ਨਤੀ, ਇਸਤਰੀ ਦਾ ਡੋਲਾ। ਬਾਬਾ ਗੁਰਦਿੱਤਾ ਜੀ ਦੀ ਘਰਵਾਲੀ, ਉਹਨਾਂ ਦੀ ਸੁਪਤਨੀ, ਨਾਮ ਮਾਤਾ ਨਤੀ ਜੀ। ਬੱਚੇ ਹੋਰ ਸਾਰਾ ਲਾਓ ਲਸ਼ਕਰ ਅਸਬਾਬ ਪੁੱਜ ਗਿਆ। ਤੰਬੂ ਲੱਗ ਗਏ। ਜੰਗਲ ਦਾ ਮਾਨੋ ਸੁਹਾਵਾ ਮੰਗਲ ਹੋ ਗਿਆ। ਕੁਛ ਕੁ ਦਿਨ ਪਰਸਪਰ ਪ੍ਰੇਮ ਅਰ ਸਤ ਸੰਗ ਮਗਰੋਂ ਬਾਬੇ ਨੇ ਕਿਹਾ, ਬੁੱਢਣ ਸ਼ਾਹ ਜੀ, ਅਸਾਂ ਇੱਥੇ ਨਗਰ ਵਸਾਣਾ ਹੈ, ਤੁਸੀਂ ਟਿਕਾਣਾ ਦੱਸੋ। ਇਹ ਸੁਣ ਕੇ ਬੁੱਢੇ ਨੇਤਰਾਂ ਵਿੱਚ ਨੀਰ ਭਰ ਆਇਆ। ਬੋਲੇ, ਬਾਬਾ ਜੀ, ਨਗਰ ਉੱਥੇ ਵਸਾਓ ਜਿੱਥੇ ਗੁਰੂ ਬਾਬਾ ਚਰਨ ਪਾ ਕੇ ਨਿਮਾਣੀ ਢੋਕ ਵਸਾ ਗਿਆ। ਪ੍ਰਸ਼ਾਦੇ ਛਕ ਕੇ ਗਰੀਬ ਪਰ ਸੱਚੇ ਸੁੱਚੇ ਸਿੱਖ ਤਾਰ ਗਿਆ ਹੈ। ਇਹ ਕਹਿ ਕੇ ਗਦ ਗਦ ਕੰਠ ਬੁੱਢੇ ਨੇ ਡੋਕਰਾ ਦੱਸਿਆ। ਨਿਰਜਨ ਟਿਕਾਣੇ ਦੋ ਨਿੱਕੀਆਂ ਛੱਪੜੀਆਂ ਤੱਕ ਕੇ ਗੁਰਦਿੱਤਾ ਜੀ ਅਸਚਰਜ ਹੋਏ ਕਿ ਇਹਨਾਂ ਟੁੱਟੀਆਂ ਝੌਂਪੜੀਆਂ ਵਿੱਚੋਂ 2 ਮਨੁੱਖ ਤੇ 2 ਮਾਈਆਂ ਨਾਮ ਰੰਗ ਵਿੱਚ ਰੰਗੀਆਂ ਬਾਹਰ ਆਈਆਂ। ਚਰਨ ਪਰਸੇ, ਮੱਥਾ ਟੇਕਿਆ। ਗੁਰਸੁੱਤ ਗੁਰਦਿੱਤੇ ਦੇ ਦਰਸ਼ਨ ਕਰਕੇ ਸੁਖ ਪਾਇਆ। ਜਦ ਬੁੱਢਣ ਸ਼ਾਹ ਨੇ ਨਗਰ ਵਸਾਣ ਦੀ ਗੱਲ ਕਹੀ ਤਾਂ ਦੋਹਾਂ ਪ੍ਰੇਮੀਆਂ ਨੇ ਇਕੱਠਿਆਂ ਹੋ ਕੇ ਬੜੀ ਖੁਸ਼ੀ ਨਾਲ ਉਹ ਥਾਂ ਦੱਸੀ ਜਿੱਥੇ ਬਾਬਾ ਕੌਣ? ਸ਼੍ਰੀ ਗੁਰੂ ਨਾਨਕ ਸਾਹਿਬ ਜੀ। ਇੱਥੇ ਨਾਮ ਨਹੀਂ ਲਿਖਿਆ, ਪਰ ਬਾਬੇ ਦਾ ਅਰਥ ਗੁਰੂ ਨਾਨਕ ਸਾਹਿਬ। ਉਹਨਾਂ ਨੇ ਇਕੱਠਿਆਂ ਹੋ ਕੇ ਉਹ ਥਾਂ ਦੱਸੀ ਜਿੱਥੇ ਗੁਰੂ ਬਾਬਾ ਮਕਈ ਦੀ ਰੋਟੀ ਤੇ ਬੱਕਰੀ ਦਾ ਦੁੱਧ ਛਕ ਗਿਆ ਸੀ। ਓਨੀ ਥਾਂ ਨੂੰ ਪੀਂਜੂ ਨੇ ਚੌਂਤੜਾ ਬਣਾ ਕੇ ਉੱਚਾ ਕਰ ਰੱਖਿਆ ਸੀ ਔਰ ਗੁਰੂ ਬਾਬੇ ਦਾ ਆਸਣ ਜਾਣ ਕੇ ਸਨਮਾਨਿਤ ਕਰ ਰੱਖਿਆ ਸੀ। ਬਾਬੇ ਗੁਰਦਿੱਤੇ ਜੀ ਨੂੰ ਵੀ ਇਹ ਥਾਂ ਬੜੀ ਪਿਆਰੀ ਲੱਗੀ। ਉਥੋਂ ਦੀ ਧੂੜ ਮੱਥੇ 'ਤੇ ਲਾਈ ਤੇ ਗੁਰੂ ਨਾਨਕ ਪ੍ਰੇਮ ਵਿੱਚ ਗਦ ਗਦ ਹੋ ਗਏ। ਕਿਤਨਾ ਕਾਲ ਪ੍ਰੇਮ ਦੇ ਜਲ ਨਾਲ ਨੈਣ ਭਰਦੇ ਰਹੇ। ਫਿਰ ਸਤਨਾਮ ਕਹਿ ਕੇ ਗੁਰੂ ਬਾਬੇ ਦਾ ਧਿਆਨ ਧਰ ਕੇ ਆਪਣੇ ਹੱਥੀਂ ਟੱਕ ਲਾਇਆ ਔਰ ਸ਼ਹਿਰ ਵਸਾਣ ਦੀ ਆਗਿਆ ਦਿੱਤੀ। ਗੁਰੂ ਬਾਬੇ ਦੇ ਪ੍ਰੇਮ ਵਿੱਚ ਪੀਂਜੂ ਤੇ ਉਸ ਦੇ ਪਰਿਵਾਰ ਦੇ ਗੁਰੂ ਜਸ ਦੇ ਰੰਗਾਂ ਦੀ ਯਾਦ ਵਿੱਚ
ਤੇ ਬੁੱਢਣ ਸ਼ਾਹ ਦੇ ਪ੍ਰੀਤੀ ਤਰੰਗਾਂ ਦੇ ਚੇਤੇ ਵਿੱਚ ਨਿਗਮਨ ਹੋ ਕੇ ਗੁਰਾਂ ਸਵਾਰੇ ਗੁਰ ਦਿੱਤੇ। ਗੁਰਾਂ ਤਾਰੇ ਸਾਹਿਬਜ਼ਾਦੇ ਨੇ ਨਗਰ ਦਾ ਨਾਮ ਗੁਰ ਕੀਰਤਪੁਰ ਰੱਖਿਆ। ਪਰਮੇਸ਼ਰ ਦੇ ਤਾਰੇ ਤੇ ਗੁਰ ਬਾਬੇ ਦੇ ਪਿਆਰੇ ਪੀਂਜੂ ਦੇ ਜੰਗਲ ਦੀ ਟੁੱਟੀ ਝੌਂਪੜੀ ਦਾ ਗੁਰ ਕੀਰਤਪੁਰ ਨਗਰ ਵਸ ਗਿਆ। ਤੇ ਗੁਰਸੁੱਤ ਨਗਰ ਦਾ ਉਸਾਰਨਹਾਰ, ਪਾਲਣਹਾਰ, ਵਸਾਵਣਹਾਰ ਤੇ ਰੱਖਣਹਾਰ ਹੋਇਆ। ਇਹ ਬੜਾ ਸੁੰਦਰ ਟਿਕਾਣਾ ਬਣ ਗਿਆ। ਇੱਥੇ ਹੀ ਸ਼੍ਰੀ ਹਰਿ ਰਾਏ ਜੀ ਦਾ ਅਵਤਾਰ ਹੋਇਆ, 7ਵੇਂ ਗੁਰੂ ਜੀ ਦਾ। ਇੱਥੇ ਜੋ ਗੁਰੂ ਨਾਨਕ ਨੇ ਰੱਬ ਚਿਤਾਰਿਆ, ਬੁੱਢਣ ਸ਼ਾਹ, ਪੀਂਜੂ ਤੇ ਪਰਿਵਾਰ ਨੇ ਗੁਰ ਬਾਬਾ ਚਿਤਾਰਿਆ। ਇਹ ਗੁਰ ਦੀ ਕੀਰਤ ਦੀ ਪੂਰੀ ਹੋ ਗਈ। ਆਨੰਦਪੁਰ ਤੋਂ 5-6 ਮੀਲ ਉੱਤੇ ਸਤਲੁਜ ਦੇ ਨੇੜੇ ਇਹ ਟਿਕਾਣਾ ਕੀਰਤਪੁਰ ਹੁਣ ਤੱਕ ਹੈ। ਸ਼ਹਿਰ ਦੀ ਵਸੋਂ ਵੀ ਅੱਜ ਹੈ, ਪਰ ਸਤਿਗੁਰਾਂ ਦੇ ਮੰਦਰ ਤੇ ਦੇਹੁਰੇ ਸਭ ਮਸਤਾਨੇ ਹੋ ਰਹੇ ਹਨ। ਸੇਵਾਦਾਰਾਂ ਤੇ ਸੰਗਤਾਂ ਵੱਲੋਂ ਸੇਵਾ ਦੀ ਘੋਲ ਹੈ। ਹੁਣ ਬੇਸ਼ੱਕ ਉੱਥੇ ਬਹੁਤ ਸੁੰਦਰ ਇਮਾਰਤਾਂ ਬਣ ਗਈਆਂ ਨੇ, ਅਨੇਕਾਂ ਹੀ ਗੁਰਦੁਆਰਿਆਂ ਸਾਹਿਬਾਨਾਂ ਦੀਆਂ ਸੁੰਦਰ ਇਮਾਰਤਾਂ ਬਣੀਆਂ ਨੇ, ਪਰ ਗੁਰੂ ਕੀਆਂ ਉਹ ਜਿਹੜੀਆਂ ਯਾਦਗਾਰਾਂ ਨਿਸ਼ਾਨੀਆਂ ਸਨ, ਉਹ ਇਹਨਾਂ ਥਾਵਾਂ ਤੋਂ ਜਾਂ ਹੋਰ ਸਾਡੇ ਜਿਹੜੇ ਇਤਿਹਾਸਕ ਸਥਾਨ ਨੇ ਉੱਥੋਂ ਹੌਲੀ ਹੌਲੀ ਅਲੋਪ ਹੁੰਦੀਆਂ ਜਾਂਦੀਆਂ ਨੇ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਬਾਬਾ ਗੁਰਦਿੱਤਾ ਜੀ ਨੇ ਸ਼ਹਿਰ ਵਸਾਇਆ। ਸਤ ਸੰਗ ਵੀ ਵੱਡੇ ਰੰਗ ਵਿੱਚ ਹੋ ਵਰਤਿਆ। ਸਵੇਰੇ ਆਸਾ ਦੀ ਵਾਰ ਲੱਗੇ, ਸਾਂਝ ਨੂੰ ਸੋਦਰ ਦਾ ਦੀਵਾਨ ਸਜੇ, ਕਥਾ ਵਾਰਤਾ ਸਤਸੰਗ ਹੋਵੇ। ਦੁਪਹਿਰ ਨੂੰ ਬਾਬੇ ਹੋਰੀ ਕਦੇ ਸ਼ਿਕਾਰ ਜਾਣ, ਕਦੇ ਬਨ ਵਿੱਚ ਜਾ ਬੈਠਣ, ਕਦੇ ਬੁੱਢਣ ਸ਼ਾਹ ਨਾਲ ਸਤਸੰਗ ਹੋਵੇ। ਬੁੱਢਣ ਸ਼ਾਹ ਹੁਣ ਅਤਿਅੰਤ ਬੁੱਢਾ ਸੀ। ਸਾਹਿਬਜ਼ਾਦੇ ਬੜਾ ਪਿਆਰ ਕਰਦੇ ਸੀ। ਇੱਕ ਦਿਨ ਵਾਰਤਾਲਾਪ ਹੁੰਦਿਆਂ ਬੁੱਢਣ ਸ਼ਾਹ ਨੇ ਪੁੱਛਿਆ, ਹੇ ਗੁਰਮੁਖ, ਹੇ ਸਤਿਗੁਰੂ ਦੇ ਪਿਆਰੇ ਜੀ, ਇਹ ਵਿਸਮਾਦ ਦੀ ਪੌੜੀ ਜੋ ਸਤਿਗੁਰੂ ਨਾਨਕ ਨੇ ਆਖੀ ਹੈ, ਵਿਸਮਾਦ ਦਾ ਕੀ ਭੇਤ ਹੈ? ਤਦ ਸ਼੍ਰੀ ਗੁਰਦਿੱਤਾ ਜੀ ਨੇ ਆਖਿਆ, ਵਿਸਮਾਦ ਇੱਕ ਐਸਾ ਉੱਚਾ ਰੰਗ ਹੈ ਜੋ ਆਤਮਾ ਦਾ ਆਪਣਾ ਤਰੰਗ ਹੈ। ਇਹ ਮਨ ਜਾਂ ਸਰੀਰ ਦਾ ਖੇਲ ਨਹੀਂ। ਜਦੋਂ ਕੋਈ ਸੁੰਦਰਤਾ ਲਿਸ਼ਕਾਰਾ ਮਾਰਦੀ ਹੈ ਤਾਂ ਮਨ ਦੀ ਗਤੀ ਗੁੰਮ ਹੋ ਜਾਂਦੀ ਹੈ ਤੇ ਆਤਮਾ ਵਿੱਚ ਆਪਣੇ ਸਹਿਜ ਸੁੱਖ ਦੀ ਇੱਕ ਰੰਗਤ ਪੈਦਾ ਹੁੰਦੀ ਹੈ। ਮਨ ਜਦ ਉਸ ਰੰਗ ਦੇ ਬਾਅਦ ਉੱਠਦਾ ਹੈ ਤਾਂ ਉਸ ਦਾ ਸੰਸਕਾਰ ਮਨ ਪਰ ਪੈਂਦਾ ਹੈ। ਭਾਵੇਂ ਮਨ ਉਸ ਰਸ ਦਾ ਹਾਲ ਕੁਛ ਨਹੀਂ ਦੱਸ ਸਕਦਾ, ਕਿਉਂਕਿ ਮਨ ਦੀ ਉਸ ਵਿੱਚ ਗਮਤਾ ਨਹੀਂ ਹੈ, ਪਰ ਸੰਸਕਾਰ ਪੈਣ ਕਰਕੇ ਸਵਾਦ ਮਾਣਦਾ ਹੈ, ਉਸ ਸਵਾਦ ਵਿੱਚ ਵਾਹ ਵਾਹ ਕਰਦਾ ਹੈ। ਅਰ ਜੇ ਪੁੱਛੋ ਤਾਂ ਜਿਸ ਤਰ੍ਹਾਂ ਇਸ ਦਾ ਆਪਣਾ ਸੁਭਾਅ ਹੈ ਕਿ ਹਰ ਸ਼ੈ ਦਾ ਨਾਮ ਰੱਖ ਲੈਂਦਾ ਹੈ, ਉਸ ਦਾ ਨਾਮ ਵਿਸਮਾਦ ਰੱਖਿਆ ਹੈ। ਵਿਸਮਾਦ ਦਾ ਰੰਗ ਉਸ ਵੇਲੇ ਪੈਂਦਾ ਹੈ ਜਦੋਂ ਰੂਹ ਆਪਣੇ ਰੰਗ ਵਿੱਚ ਜਾਂਦੀ ਹੈ, ਜਦੋਂ ਰੂਹਾਨੀ ਜੀਵਨ ਪ੍ਰਾਪਤ ਹੁੰਦਾ ਹੈ, ਜਦੋਂ ਮਨੁੱਖ ਦੇਵਤਾ ਬਣਦਾ ਹੈ। ਪਰ ਇਹ ਤਾਂ ਆਤਮ ਦਾ ਇੱਕ ਸਹਿਜ ਦਾ ਤਰਾਨਾ ਹੈ। ਜਦੋਂ ਆਤਮਾ ਮਨ ਤੋਂ ਅਸੰਗ ਹੋ ਖੜੋਂਦਾ ਹੈ, ਉਂਝ ਕੁਦਰਤ ਦੇ ਪਦਾਰਥ ਬਿਜਲੀ, ਪਾਣੀ, ਪੌਣ, ਹਵਾ, ਸੂਰਜ, ਚੰਦ, ਤਾਰੇ, ਹਵਾ, ਜੰਗਲਾਂ ਦੇ ਨਜ਼ਾਰੇ ਸਭ ਵਿਸਮਾਦ ਪੈਦਾ ਕਰਦੇ ਨੇ। ਜਦੋਂ ਕੁਦਰਤੀ ਸੁੰਦਰਤਾ ਝਲਕਾ ਮਾਰੇ, ਤਦੋਂ ਤ੍ਰਿਖਾ
ਜਾਂ ਮਲਕੜਾ ਵਿਸਮਾਦ ਦਾ ਅਸਰ ਪੈਂਦਾ ਹੈ। ਇਸ ਅਸਰ ਨੂੰ ਸਤਿਗੁਰੂ ਨੇ ਆਸਾਵਾਰ ਦੀ ਪੌੜੀ ਵਿੱਚ ਦੱਸਿਆ ਹੈ ਕਿ ਇਹ ਜੋ ਕੁਦਰਤ ਦਿਸਦੀ ਹੈ, ਇਸ ਦੇ ਸਾਰੇ ਚਮਤਕਾਰੇ ਵਿਸਮਾਦ ਕਰਨੇ ਹਾਰੇ ਹਨ। ਬੁੱਢਨ ਸ਼ਾਹ ਨੇ ਕਿਹਾ, ਪਰ ਹਰ ਕਿਸੇ ਪਰ ਇਹ ਅਸਰ ਨਹੀਂ ਹੁੰਦਾ। ਸਾਰਾ ਜਹਾਨ ਰੋਜ਼ ਸੂਰਜ, ਚੰਦ, ਤਾਰੇ ਤੱਕਦਾ ਹੈ, ਪਰ ਕੋਈ ਵਿਸਮਾਦ ਨਹੀਂ ਹੁੰਦਾ। ਜਿਹੜੇ ਲੋਕ ਨੇ ਇਹ ਤਾਂ ਵਿਸਮਾਦ ਦੀ ਅਵਸਥਾ ਵਿੱਚ ਜਾਂਦੇ ਹੀ ਨਹੀਂ। ਬਾਬਾ ਬੁੱਢਨ ਸ਼ਾਹ ਨੇ ਪੁੱਛਿਆ ਤੇ ਬਾਬਾ ਗੁਰਦਿੱਤਾ ਜੀ ਨੇ ਕਿਹਾ, ਇਸ ਕਰਕੇ ਇਹ ਦੁਨਿਆਵੀ ਲੋਕਾਂ ਨੂੰ ਕਿਉਂ ਨਹੀਂ ਆਨੰਦ ਆਉਂਦਾ? ਇਸ ਕਰਕੇ ਕਿ ਮਨੁੱਖ ਦਾ ਮਨ ਸੋਚਾਂ, ਫਿਕਰਾਂ, ਲੋੜਾਂ ਦੇ ਪੂਰਨ ਕਰਨ ਦੇ ਆਰਾਂ ਵਿੱਚ ਲੱਗ ਕੇ ਗਿਣਤੀ ਵਾਲਾ ਹੋ ਗਿਆ ਹੈ। ਮਨ ਦੀਆਂ ਦਲਗੀਰੀਆਂ ਤੇ ਫਿਕਰਾਂ ਨੇ ਹਰ ਵੇਲੇ ਇਸ ਨੂੰ ਸੋਚਣ, ਫਿਕਰ ਕਰਨ, ਸੰਕਲਪ ਕਰਨ, ਗਿਣਨ, ਸਮਝਣ, ਜੋੜਨ ਤੋੜਨ ਵਿੱਚ ਲਾ ਰੱਖਿਆ ਹੈ। ਉਹ ਇਹਨਾਂ ਨਜ਼ਾਰਿਆਂ ਦੇ ਅਸਰ ਤੋਂ ਵਿਸਮਤ ਨਹੀਂ ਹੁੰਦਾ। ਮਨ ਹੋਰ ਥੇ ਰੁੱਝਾ ਹੋਇਆ ਕਰਕੇ ਆਖਦਾ ਹੈ, ਉਹ ਤਾਰੇ ਜੋ ਰੋਜ਼ ਚੜ੍ਹਦੇ ਹਨ, ਉਹ ਬਿਜਲੀ ਜੋ ਸਦਾ ਤੱਕੀ ਦੀ ਹੈ। ਇੱਕ ਤਰ੍ਹਾਂ ਨਾਲ ਮਨੁੱਖ ਨੇ ਦਿਲ ਦੇ ਦਰਵਾਜ਼ੇ ਕੁਦਰਤੀ ਸੁੰਦਰਤਾ ਦੇ ਅਸਰਾਂ ਨੂੰ ਆਪਣੇ ਅੰਦਰ ਲੈਣ ਤੋਂ ਬੰਦ ਕਰ ਦਿੱਤੇ ਹਨ। ਇਹਨੂੰ ਪਤਾ ਹੀ ਨਹੀਂ ਮੇਰੇ ਆਲੇ ਦੁਆਲੇ ਕੀ ਹੋ ਰਿਹਾ, ਇਹ ਆਨੰਦ ਮਾਣ ਹੀ ਨਹੀਂ ਰਿਹਾ। ਨੋ ਟਾਈਮ ਟੂ ਸੀ ਐਂਡ ਸਟੇਅਰ, ਲਾਈਫ ਇਜ਼ ਆ ਫੁੱਲ ਆਫ ਕੇਅਰ। ਇਹਦੀ ਜ਼ਿੰਦਗੀ ਚਿੰਤਾਵਾਂ, ਪਰੇਸ਼ਾਨੀਆਂ ਦੇ ਨਾਲ ਹੀ ਭਰੀ ਹੋਈ ਆ। ਆਲੇ ਦੁਆਲੇ ਰੱਬ ਜੀ ਨੇ ਕਿੰਨੇ ਰੰਗ ਲਾਏ ਹੋਏ ਨੇ, ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਦੂਸਰੀ ਗੱਲ ਇਹ ਹੈ ਕਿ ਮਨੁੱਖ ਸੁੰਦਰ ਨੂੰ ਦੇਖ ਕੇ ਉਸ ਤੋਂ ਆਪਣੇ ਅੰਦਰ ਉਤਪੰਨ ਹੋਏ ਭਾਵ ਵਿੱਚ ਲੀਨ ਹੋ ਦੀ ਥਾਂ ਉਸ ਸੁੰਦਰ ਨੂੰ ਲੈ ਲੈਣ ਵਿੱਚ ਲੱਗਦਾ ਹੈ। ਅਰਥਾਤ ਉਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਹੋਂ ਵਾੜ ਦਿੰਦਾ ਹੈ। ਜਿਕੂ ਜੇ ਸੁੰਦਰ ਇਸਤਰੀ ਵੇਖਦਾ ਹੈ ਤਾਂ ਚਾਹੁੰਦਾ ਹੈ ਮੈਂ ਲਵਾਂ, ਇਹ ਤ੍ਰਿਸ਼ਨਾ ਉਸ ਦੇ ਮਨ ਨੂੰ ਮੈਲਾ ਕਰ ਦਿੰਦੀ ਹੈ। ਇਸ ਲਈ ਵਿਸਮਾਦ ਦਾ ਅਸਰ ਨਹੀਂ ਪ੍ਰਤੀਤ ਹੁੰਦਾ। ਜੇ ਬਿਜਲੀ ਕੜਕਦੀ ਵੇਖਦਾ ਹੈ ਤਾਂ ਡਰ ਕੇ ਨੱਸਦਾ ਹੈ ਕਿ ਮਤਾ ਮੈਨੂੰ ਮਾਰ ਨਾ ਦੇਵੇ, ਕਿਤੇ ਇਹ ਬਿਜਲੀ ਮੇਰੇ ਉੱਤੇ ਨਾ ਡਿੱਗ ਜਾਵੇ। ਇਹ ਡਰ ਉਸ ਦੇ ਮਨ ਨੂੰ ਮੈਲਾ ਕਰਦਾ ਹੈ ਔਰ ਉਸ ਦੇ ਵਿਸਮਾਦ ਔਰ ਰਸ ਨੂੰ ਪ੍ਰਤੀਤ ਨਹੀਂ ਕਰ ਸਕਦਾ। ਆਪਾਂ ਸ਼ਾਮ ਦੇ ਸਮੇਂ ਜਿਹੜੀ ਸੋਦਰ ਦੀ ਪੌੜੀ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਸਾਹਿਬ ਨੇ ਕਿੰਨਾ ਕੁਝ ਲਿਖਿਆ। ਗਾਵਨ ਤੁਧ ਨੂੰ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਜਦੋਂ ਤੁਸੀਂ ਸੰਸਾਰ ਵਿੱਚ ਸੁੰਦਰਤਾ ਵੇਖਦੇ ਹੋ, ਉਦੋਂ ਵੀ ਤੁਸੀਂ ਵਿਸਮਾਦ ਦੇ ਅੰਦਰ ਚਲੇ ਜਾਣੇ ਚਾਹੀਦੇ ਹੋ ਵੀ ਵਾਹਿਗੁਰੂ ਜੀ ਤੁਸੀਂ ਇਤਨਾ ਸੁੰਦਰ ਰੂਪ ਬਣਾਇਆ, ਇਤਨੀ ਸੁੰਦਰ ਕੁਦਰਤ ਬਣਾਈ ਹੈ। ਸੁੰਦਰਤਾ ਸਾਈਂ ਦੇ ਆਪਣੇ ਨੂਰ ਦਾ ਇੱਕ ਝਲਕਾਰਾ ਹੈ। ਚਾਹੇ ਸੁੰਦਰਤਾ ਕਿਤੋਂ ਲਿਸ਼ਕਾਰਾ ਮਾਰੇ, ਇਹ ਲਿਸ਼ਕਾਰਾ ਕਿਸੇ ਨਾ ਕਿਸੇ ਰੰਗ ਵਿੱਚ ਇਲਾਹੀ ਹੈ। ਜਿਵੇਂ ਫੁੱਲ ਤਾਂ ਮਿੱਟੀ ਵਿੱਚੋਂ ਉੱਗਿਆ ਹੈ, ਪਾਣੀ ਤੇ ਧਾਤੂਆਂ ਦਾ ਬਣਿਆ ਹੈ, ਪਰ ਉਸ ਵਿੱਚ ਸੁੰਦਰਤਾ ਇਲਾਹੀ ਚਲਵਾ ਹੈ। ਚੰਦਰਮਾ ਤਾਂ ਜੜ ਪਦਾਰਥ ਹੈ, ਪਰ ਉਸ ਦੀ ਸੁੰਦਰਤਾ ਇਲਾਹੀ ਨੂਰ ਹੈ। ਇਸ ਤਰ੍ਹਾਂ ਜਿਨ੍ਹਾਂ ਪਦਾਰਥਾਂ ਤੋਂ ਸੁੰਦਰਤਾ ਪ੍ਰਗਟ ਹੁੰਦੀ ਹੈ ਉਹ ਤਾਂ ਪਦਾਰਥ ਹਨ, ਪਰ ਸੁੰਦਰਤਾ ਇਲਾਹੀ ਜਮਾਲ ਹੈ, ਰੱਬੀ ਝਲਕਾ ਹੈ, ਪਰਮੇਸ਼ਰੀ ਲਿਸ਼ਕਾਰਾ ਹੈ। ਜਦ ਇਹ ਲਿਸ਼ਕ ਮਾਰਦੀ ਹੈ, ਸਾਡਾ ਆਪਣਾ ਆਪ ਉਸ ਦੇ ਅਸਰ ਦੇ ਨਾਲ ਵਿਸਮਾਦ ਦੀ ਅਵਸਥਾ ਵਿੱਚ ਚਲਿਆ ਜਾਂਦਾ। ਅਸੀਂ ਹੈਰਾਨ ਹੋ ਜਾਂਦੇ ਹਾਂ, ਆਪਣੇ ਆਪ ਵਿੱਚ ਜੁੜ ਕੇ ਰਸ ਲੀਨ ਹੋ ਜਾਂਦਾ ਹੈ। ਪਰ ਇਹ ਸਮਾਂ ਬੜਾ ਥੋੜ੍ਹਾ ਹੁੰਦਾ ਹੈ। ਜੇ ਸੁਭਾਅ ਇਉਂ ਦਾ ਪੱਕ ਜਾਵੇ ਕਿ ਸੁੰਦਰਤਾ ਦੀ ਲਿਸ਼ਕ ਵੱਜਦੇ ਸਾਰ ਅਸੀਂ ਆਪੇ ਵਿੱਚ ਰਸ ਲੀਨ ਹੋ ਜਾਈਏ, ਫਿਰ ਅਸੀਂ ਸਾਧੂ, ਫਕੀਰ, ਜੋਗੀ, ਸਮਾਧੀ ਸਥਿਤ ਸੰਤ ਹਾਂ। ਪਰ ਅਸੀਂ ਇਹ ਨਹੀਂ ਕਰਦੇ। ਜਿਸ ਚੀਜ਼ ਤੋਂ ਰਸ ਲੱਜਾ ਹੈ ਉਸ ਵੱਲ ਰੁਖ ਕਰਦੇ ਹਾਂ, ਜਾਂ ਉਸ ਨੂੰ ਲੈ ਕੇ ਆਪਣਾ ਕਰਕੇ ਭੋਗਣ ਅਤੇ ਮਾਨਣ ਦੇ ਤਰੱਦਦ ਵਿੱਚ ਲੱਗ ਪੈਂਦੇ ਹਾਂ, ਜਾਂ ਉਸ ਤੋਂ ਭੈ ਖਾਂਦੇ ਹਾਂ।
ਜਾਂ ਉਸ ਨੂੰ ਪੜਚੋਲਣਾ ਚਾਹੁੰਦੇ ਹਾਂ। ਇਤਿਆਦਿਕ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਮਨ ਨੂੰ ਉਸ ਦੇ ਆਹਰ ਵਿੱਚ ਲਾ ਦਿੰਦੇ ਹਾਂ ਅਤੇ ਇਹ ਮਨ ਦਾ ਸੁੰਦਰ ਪਦਾਰਥਾਂ ਵਿੱਚ ਲੱਗਣਾ ਇਹ ਸੰਸਾਰਾਕਾਰ ਬ੍ਰਿਤੀ ਹੈ ਅਤੇ ਬੰਧਨ ਹੈ। ਜਦੋਂ ਲਿਸ਼ਕਾਰਾ ਵੱਜੇ ਅਤੇ ਅਸਰ ਕਰੇ ਤਦੋਂ ਮਨ ਨਹੀਂ ਹੋਵੇਗਾ। ਪੰਜਵੇਂ ਜਾਮੇ ਗੁਰੂ ਬਾਬੇ ਨੇ ਆਖਿਆ ਹੈ, ਸੁਪਨੇ ਊਭੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਿਤ ਪੇਖ ਮਨ ਬੰਚਲਾ, ਖੋਜੋਂ ਤਾਕੇ ਚਰਨ ਕਹੋ ਕਤ ਪਾਈਐ, ਹਰ ਹਾਂ ਸੋਈ ਜਤਨ ਬਤਾਏ, ਸਖੀ ਪ੍ਰਿਓ ਪਾਈਐ। ਕਹਿੰਦੇ ਹਨ ਜਦੋਂ ਸੁੰਦਰ ਪਿਆਰੇ ਦੇ ਦਰਸ਼ਨ ਦਾ ਝਲਕਾ ਵੱਜਾ ਉਦੋਂ ਅਸੀਂ ਸੁੱਤੇ ਹੋਏ ਸਾਂ, ਅਰਥਾਤ ਮਨ ਉਸ ਵੇਲੇ ਗੁੰਮ ਸੀ। ਹਾਂ, ਮਨ ਦੀ ਸੁਪਨ ਅਵਸਥਾ ਸੀ। ਜਦੋਂ ਕਿ ਅਸੀਂ ਉੱਚੇ ਹੋਏ ਅਰਥਾਤ ਦਰਸ਼ਨ ਪਾਇਆ, ਪ੍ਰਸ਼ਨ ਇਹ ਹੁੰਦਾ ਹੈ ਕਿ ਫਿਰ ਪਿਆਰੇ ਦਾ ਪੱਲਾ ਫੜ ਕਿਉਂ ਨਾ ਲੀਤਾ। ਕਹਿੰਦੇ ਹਨ ਸੁੰਦਰਤਾ ਦਾ ਝਲਕਾ ਐਸਾ ਵੱਜਾ ਕਿ ਮਨ ਠੱਗਿਆ ਗਿਆ। ਉਹ ਗੱਲ ਫੇਰ ਦੱਸੀ ਕਿ ਸੁੰਦਰਤਾ ਦਾ ਅਸਰ ਵਿਸਮਾਦ ਐਸੀ ਸ਼ੈ ਹੈ ਕਿ ਮਨ ਠੱਗਿਆ ਜਾਂਦਾ ਹੈ। ਮਨ ਬੁੱਧੀ ਉਸ ਵੇਲੇ ਕੰਮ ਨਹੀਂ ਕਰ ਰਹੇ ਹੁੰਦੇ। ਹੁਣ ਆਖਦੇ ਹਨ ਕਿ ਪ੍ਰੀਤਮ ਦੀ ਖੋਜ ਕਰ ਰਹੀ ਹਾਂ ਅਤੇ ਪੁੱਛ ਰਹੀ ਹਾਂ ਕਿ ਕੋਈ ਯਤਨ ਦੱਸੋ, ਉਹ ਘੜੀ ਫੇਰ ਕਿਸ ਵੇਲੇ ਆਵੇ। ਹੁਣ ਯਤਨ ਇਹੀ ਹੈ ਕਿ ਮਨ ਗਿਣਤੀਆਂ ਵਿੱਚ ਨਾ ਲੱਗੇ, ਮਨ ਸੋਚ ਫਿਕਰ ਤੋਂ ਨਿਕਲੇ ਅਤੇ ਪਿਆਰੇ ਵੱਲ ਲੱਗੇ। ਫਿਰ ਐਸੇ ਸਮੇਂ ਆਉਣਗੇ ਕਿ ਝਲਕਾ ਪਵੇਗਾ ਅਤੇ ਵਿਸਮਾਦ ਆਵੇਗਾ। ਇਹ ਕੁਦਰਤ ਦੇ ਝਲਕਾਰੇ ਨੇ ਜਿਹੜੇ ਇਸ ਆਨੰਦ ਨੂੰ ਮਾਣਦੇ ਨੇ ਵਿਸਮਾਦ ਦੀ ਅਵਸਥਾ ਵਿੱਚ ਚਲੇ ਜਾਂਦੇ ਨੇ। ਮੈਨੂੰ ਚੇਤੇ ਆ ਵੀ ਜਦੋਂ ਜ਼ਿਆਦਾ ਕਰਫਿਊ ਇਤਿਆਦਿਕ ਲੱਗਾ ਰਿਹਾ ਅਤੇ ਉਦੋਂ ਅਸਮਾਨ ਵੀ ਸਾਫ਼ ਹੋਇਆ, ਪੋਲੂਸ਼ਨ ਇਤਿਆਦਿਕ ਘਟ ਗਿਆ ਅਤੇ ਉੱਥੇ ਪਾਰਕ ਦੇ ਵਿੱਚ ਖਲੋ ਕੇ ਸਾਰੇ ਪਰਿਵਾਰ ਦੇ ਸਮੇਤ ਅਸੀਂ ਜਦੋਂ ਆਲੇ ਦੁਆਲੇ ਵੇਖਿਆ ਕਰਨਾ, ਦੂਰ ਦੂਰ ਤੱਕ ਜਿਹੜੀ ਚਮਕਣ ਵਾਲੀ ਬਿਜਲੀ ਸੀ ਨਾ ਉਹ ਵੀ ਦਿਖਾਈ ਦਿਆ ਕਰਨੀ। ਅਤੇ ਬੱਚਿਆਂ ਨੇ ਵੀ ਐਨ ਸਾਵਧਾਨ ਹੋ ਕੇ ਕਿਹਾ ਕਰਨਾ ਵੀ ਮੈਂ ਇੱਧਰਲੇ ਪਾਸੇ ਧਿਆਨ ਰੱਖਦਾ, ਮੈਂ ਇੱਧਰ ਜਦੋਂ ਬਿਜਲੀ ਚਮਕੇਗੀ ਆਪਾਂ ਉਸ ਨੂੰ ਵੇਖਾਂਗੇ ਵੀ ਕਿਹੜੇ ਪਾਸਿਓਂ ਬਿਜਲੀ ਚਮਕ ਕੇ ਉੱਠੀ, ਕਿੱਥੇ ਜਾ ਕੇ ਸਮਾਪਤ ਹੋਈ, ਉਹਦੇ ਵੱਲ ਧਿਆਨ ਵੇਖਣਾ। ਇਹ ਬਿਜਲੀ ਨੂੰ ਕੌਣ ਝਲਕਾਰੇ ਦੇ ਰਿਹਾ, ਇਹ ਚਮਕ ਇਹ ਚਾਨਣ ਕਿੱਥੋਂ ਆ ਰਿਹਾ? ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ। ਜਦੋਂ ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਵੀ ਇਹ ਕੀ ਕੁਝ ਹੋ ਰਿਹਾ, ਪਰ ਵੇਖ ਹੋ ਹੀ ਸਕਦਾ ਵਾ ਜਿਹਦਾ ਮਨ ਚਿੰਤਾਵਾਂ ਪਰੇਸ਼ਾਨੀਆਂ ਇਤਿਆਦਿਕ ਤੋਂ ਰਹਿਤ ਹੋਵੇ। ਸਾਧ ਸੰਗਤ ਜੀ, ਇਹ ਗੁਰਮੁਖਾਂ ਪਿਆਰਿਆਂ ਦਾ ਬਚਨ ਵਿਚਾਰ ਕੇ ਆਪਾਂ ਸਮਾਪਤੀ ਕਰੀਏ ਤਾਂ ਇੱਕ ਕੋਈ ਰੱਬ ਦਾ ਪਿਆਰਾ ਪ੍ਰਭੂ ਜੀ ਦੇ ਸਿਮਰਨ ਵਿੱਚ ਜੁੜਿਆ ਹੋਇਆ, ਉਹ ਇੱਕ ਪਿੱਪਲ ਦੇ ਰੁੱਖ ਦੇ ਥੱਲੇ ਬੈਠ ਗਿਆ ਜਾ ਕੇ। ਬਹੁਤ ਸੋਹਣੀ ਠੰਡੀ ਹਵਾ ਚੱਲ ਰਹੀ, ਬੜਾ ਆਨੰਦ ਮਾਣ ਰਿਹਾ। ਕਹਿਣ ਲੱਗਾ ਵੀ ਵੇਖੋ ਇਹ ਪਿੱਪਲ ਦਾ ਰੁੱਖ ਵੀ ਕਿੰਨਾ ਖੁਸ਼ ਆ, ਕਿਵੇਂ ਇਹਦੇ ਜਿਹੜੇ ਪੱਤੇ ਉਹ ਇੱਕ ਨੱਚਦੇ ਪਏ ਨੇ, ਇੱਕ ਦੂਜੇ ਨਾਲ ਅਠਕੇਲੀਆਂ ਕਰਦੇ ਨੇ, ਠੰਡੀ ਹਵਾ ਦੇ ਬੁੱਲੇ ਚੱਲਦੇ ਨੇ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਜਿਹੜੇ ਇਹ ਪਿੱਪਲ ਦੇ ਪੱਤੇ ਨੇ ਇਹ ਵੀ ਰੱਬ ਦਾ ਨਾਮ ਹੀ ਜਪਦੇ ਹੋਣ। ਇੱਕ ਖਾਸ ਤਰ੍ਹਾਂ ਦਾ ਇਹਨਾਂ ਵਿੱਚੋਂ ਮਿਊਜ਼ਿਕ ਪੈਦਾ ਹੋ ਰਿਹਾ, ਇੱਕ ਸੰਗੀਤ ਪੈਦਾ ਹੋ ਰਿਹਾ ਵਾ। ਉਹ ਪਿੱਪਲ ਦੇ ਰੁੱਖ ਦੇ ਥੱਲੇ ਬੈਠਾ ਉੱਥੇ ਰੱਬ ਦੇ ਨਾਮ ਵਿੱਚ ਜੁੜ ਗਿਆ, ਆਨੰਦ ਮਾਣਿਆ, ਚਲਿਆ ਗਿਆ ਉੱਥੋਂ ਉੱਠ ਕੇ ਅਗਾਂਹ। ਇੰਨੇ ਚਿਰ ਨੂੰ ਕਹਿੰਦੇ ਉੱਥੇ ਇੱਕ ਬੰਦਾ ਹੋਰ ਆਇਆ ਜਿਹੜਾ ਆਪਣੇ ਘਰੋਂ ਲੜਾਈਆਂ ਝਗੜੇ ਕਲਾ ਕਲੇਸ਼ ਕਰਕੇ ਆਇਆ ਸੀ। ਉਹ ਵੀ ਆਣ ਕੇ ਰੁੱਖ ਦੇ ਪਿੱਪਲ ਦੇ ਰੁੱਖ ਹੇਠਾਂ ਉਸੇ ਰੁੱਖ ਥੱਲੇ ਆਣ ਕੇ ਬੈਠਾ। ਜਦੋਂ ਹਵਾ ਚੱਲੀ ਪੱਤੇ ਇੱਕ ਦੂਜੇ ਵਿੱਚ ਵੱਜੇ, ਉਹ ਕਹਿਣ ਲੱਗਾ ਕੁਛ ਨਹੀਂ, ਹਾਲ ਇੱਥੇ ਵੀ ਲੜਾਈਆਂ ਝਗੜੇ ਹੀ ਨੇ। ਜੇ ਘਰ ਜਾਈਦਾ ਉੱਥੇ ਟੱਬਰ ਦੇ ਜੀ ਲੜੀ ਜਾਂਦੇ ਨੇ, ਜੇ ਪਿੱਪਲ ਦੇ ਰੁੱਖ ਹੇਠਾਂ ਬੈਠਾ ਇੱਥੇ ਪੱਤੇ ਹੀ ਇੱਕ ਦੂਜੇ ਨਾਲ ਖਹੀ ਜਾਂਦੇ, ਪੱਤੇ ਹੀ ਇੱਕ ਦੂਜੇ ਨੂੰ ਮਾਰੀ ਜਾਂਦੇ ਆ, ਲੱਤਾਂ ਬਾਹਾਂ ਇਹੀ ਆਪਸ 'ਚ ਲੜੀ ਜਾਂਦੇ ਨੇ। ਪਿੱਪਲ ਉਹੋ ਹੀ ਆ, ਉਹਦੇ ਥੱਲੇ ਬੈਠਣ ਵਾਲੇ 'ਤੇ ਡਿਪੈਂਡ ਕਰਦਾ ਵੀ ਉਹਦੇ ਮਨ ਦੀ ਅਵਸਥਾ ਕਿਵੇਂ ਦੀ ਆ।
ਇਸੇ ਤਰ੍ਹਾਂ ਕੁੱਲ ਕਾਇਨਾਤ ਆ। ਹੁਣ ਇੱਕ ਪਾਸੇ ਬਾਬਾ ਗੁਰਦਿੱਤਾ ਜੀ ਰੱਬ ਜੀ ਦੇ ਨਾਮ ਵਿੱਚ ਰੰਗੇ ਹੋਏ, ਉਹਨਾਂ ਨੂੰ ਲੱਗਦਾ ਸਾਰੀਆਂ ਪਹਾੜੀਆਂ ਵਿੱਚੋਂ ਰੱਬ ਦੇ ਨਾਮ ਦੀ ਆਵਾਜ਼ ਆ ਰਹੀ ਆ। ਰੱਬ ਜੀ ਨੇ ਕਿੰਨਾ ਸੋਹਣਾ ਇਹ ਸਾਰਾ ਵਾਤਾਵਰਨ ਕਾਇਨਾਤ ਬਣਾਈ ਹੋਈ ਆ। ਤੇ ਬਾਬਾ ਬੁੱਢਨ ਸ਼ਾਹ ਜੀ ਪੁੱਛਦੇ ਜੀ ਇਸ ਆਨੰਦ ਨੂੰ ਫਿਰ ਸਾਰੇ ਕਿਉਂ ਨਹੀਂ ਮਾਣਦੇ? ਜਦੋਂ ਸੂਰਜ ਚੜ੍ਹਦਾ ਤੇ ਸੂਰਜ ਵੀ ਖਿੜਦਾ ਤੇ ਇਹਨਾਂ ਸਾਰੇ ਲੋਕਾਂ ਦੇ ਮਨ ਕਿਉਂ ਨਹੀਂ ਖਿੜ ਜਾਂਦੇ? ਬਾਬਾ ਗੁਰਦਿੱਤਾ ਜੀ ਸਮਝਾਉਂਦੇ ਨੇ ਖਿੜਨ ਕਿਵੇਂ? ਇਹ ਵਿਚਾਰੇ ਹੋਰ ਬੋਝਾਂ ਦੇ ਥੱਲੇ ਨੱਪੇ ਪਏ ਨੇ, ਕਈ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਨੇ ਇਹਨਾਂ ਨੂੰ ਘੇਰਿਆ ਹੋਇਆ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।